ਕੇਂਦਰ ਸਰਕਾਰ ਵੱਲੋਂ ਖੇਤੀ ਨਾਲ ਸੰਬੰਧਿਤ 3 ਨਵੇਂ ਕਾਨੂੰਨ ਆਉਣ 'ਤੇ ਖੇਤੀ ਪ੍ਰਧਾਨ ਸੂਬਿਆਂ ਦੇ ਵਿੱਚ ਮੁੱਖ ਤੌਰ 'ਤੇ ਭਾਰਤ ਦੇ ਬਾਕੀ ਸਾਰੇ ਸੂਬਿਆਂ ਦੇ ਵਿੱਚ ਆਮ ਤੌਰ 'ਤੇ ਇਹ ਇੱਕ ਵੱਡੇ ਜਿਹੜਾ ਵਿਦਰੋਹ ਦੇ ਤੌਰ 'ਤੇ ਇਹਨਾਂ ਕਾਨੂੰਨਾਂ ਦੇ ਖਿਲਾਫ ਜਿਹੜੇ ਕਿਸਾਨ ਨੇ ਉੱਠੇ ਨੇ ਅਤੇ ਕਿਸਾਨਾਂ ਦੀਆਂ ਜਥੇਬੰਦੀਆਂ ਨੇ ਜਿਹੜੀ ਭਾਰਤ ਦੀ ਰਾਜਧਾਨੀ ਦਿੱਲੀ ਦੇ ਵਿੱਚ ਜਾ ਕੇ ਡੇਰੇ ਲਾਏ ਹੋਏ ਨੇ ਅਤੇ ਇਹਨਾਂ ਕਾਨੂੰਨਾਂ ਦੇ ਉੱਤੇ ਇੱਕ ਗੱਲ ਇਹ ਆ ਰਹੀ ਹੈ ਸਾਹਮਣੇ ਕਿ ਕੇਂਦਰ ਸਰਕਾਰ ਇਹਨੂੰ ਇਹ ਕਹਿ ਰਹੀ ਹੈ ਕਿ ਇਹਨਾਂ ਦਾ ਬਹੁਤ ਫਾਇਦਾ ਹੋਣਾ ਹੈ ਅਤੇ ਇਹਨਾਂ ਬਾਰੇ ਕਿਸਾਨਾਂ ਨੂੰ ਬਹੁਤਾ ਪਤਾ ਨਹੀਂ ਹੈਗਾ। ਅਸਲ ਦੇ ਵਿੱਚ ਇਹਨਾਂ ਦਾ ਬੜਾ ਫਾਇਦਾ ਹੋ ਜਾਣਾ ਹੈ। ਅਸੀਂ ਕਿਸਾਨਾਂ ਦਾ ਭਲੇ ਵਾਸਤੇ ਕਾਨੂੰਨ ਲਿਆਂਦੇ ਨੇ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਅਤੇ ਬੁੱਧੀਜੀਵੀ ਇਹ ਕਹਿ ਰਹੇ ਨੇ ਕਿ ਇਹ ਕਿਸਾਨਾਂ ਦੇ ਵਾਸਤੇ ਚੰਗੇ ਕਾਨੂੰਨ ਨਹੀਂ, ਇਹ ਕਿਸਾਨਾਂ ਦੀ ਖੇਤੀ ਦੇ ਵਿੱਚ ਇਹਦਾ ਵਿਗਾੜ ਲਿਆਉਣਗੀਆਂ। ਇਹ ਕੰਪਨੀਆਂ ਦਾ ਕੰਟਰੋਲ ਹੋ ਜਾਊਗਾ। ਕੰਪਨੀਆਂ ਨੇ ਜਿਹੜੀਆਂ ਕਿਸਾਨਾਂ ਦੀ ਜ਼ਮੀਨ ਉੱਤੇ ਜਿਹੜੀ ਆਪਣੀ ਖੇਤੀ ਕਰਨਗੀਆਂ ਅਤੇ ਇਸ ਮੁੱਦੇ ਨੂੰ ਰੱਖਦੇ ਹੋਏ ਸਾਡੀ ਕੇਂਦਰ ਸਰਕਾਰ ਮੁੱਖ ਤੌਰ 'ਤੇ ਪ੍ਰਧਾਨ ਮੰਤਰੀ ਜੀ ਨੇ ਤਾਜ਼ਾ ਇਹ ਬਿਆਨ ਦਿੱਤਾ ਕਿ ਕਿਸਾਨਾਂ ਨੂੰ ਉਸ ਗੱਲ ਉੱਤੇ ਇਹ ਵਿਦਰੋਹ ਕਰ ਰਹੇ ਨੇ ਜਿਹੜੀ ਦਾ ਇਹ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਸਾਡੇ ਕੁਝ ਹੋ ਜਾਊਗਾ, ਜਦੋਂ ਕਿ ਇਹ ਕਾਨੂੰਨਾਂ ਦਾ ਬਹੁਤ ਫਾਇਦਾ ਹੋਣਾ ਉਹ ਕਹਿੰਦੇ। ਪਰ ਕਿਸਾਨ ਇਸ ਉੱਤੇ ਜਿਹੜੇ ਕਰ ਰਹੇ ਨੇ ਕਿ ਉਹਨਾਂ ਨੂੰ ਕਿਵੇਂ ਪਹਿਲਾਂ ਪਤਾ ਲੱਗ ਗਿਆ ਕਿ ਇਹਨਾਂ ਦਾ ਨੁਕਸਾਨ ਹੋਊਗਾ, ਅਤੇ ਇਹਨਾਂ ਦਾ ਬਿਲਕੁਲ ਨੁਕਸਾਨ ਨਹੀਂ ਹੋਣਾ ਉਹ ਕਹਿੰਦੇ। ਤਾਂ ਅਸੀਂ ਇਸ ਉੱਤੇ ਐਨਾਲਿਸਿਸ ਕਰਕੇ ਇਹ ਦੇਖਿਆ ਕਿ ਸਾਨੂੰ ਕਿਸਾਨ ਜਥੇਬੰਦੀਆਂ ਨੂੰ ਅਤੇ ਹੋਰ ਬੁੱਧੀਜੀਵੀਆਂ ਨੂੰ ਇਹ ਕਿਉਂ ਲੱਗਦਾ ਹੈ ਕਿ ਇਹਨਾਂ ਕਾਨੂੰਨਾਂ ਦਾ ਜਿਹੜੀ ਕਿਸਾਨਾਂ ਨੂੰ ਨੁਕਸਾਨ ਹੋਊਗਾ, ਖੇਤੀ ਨੂੰ ਨੁਕਸਾਨ ਹੋਊਗਾ। ਤਾਂ ਇਹ ਜਿਹੜੇ 3 ਕਾਨੂੰਨ ਆਏ ਨੇ ਇਹਦੇ ਵਿੱਚੋਂ ECA ਐਸੈਂਸ਼ੀਅਲ ਕਮੋਡਿਟੀ ਐਕਟ, ਦੂਸਰਾ ਹੈਗਾ APMC ਨਾਲ ਸੰਬੰਧਿਤ ਕਾਨੂੰਨ ਹੈ, ਅਤੇ ਤੀਸਰਾ ਕਾਨੂੰਨ ਹੈ ਜਿਹੜਾ ਉਹ ਕੰਟਰੈਕਟ ਫਾਰਮਿੰਗ ਨਾਲ ਜਿਹੜਾ ਸੰਬੰਧਿਤ ਕਾਨੂੰਨ ਹੈ, ਅਤੇ 2 ਹੋਰ ਜਿਹੜੇ ਇੱਕ ਬਿੱਲ ਹੈਗਾ ਜਿਹਦੇ ਵਿੱਚ ਪਾਵਰ ਬਿੱਲ 2020 ਹੈ, ਇਸੇ ਤਰ੍ਹਾਂ ਹੀ ਇੱਕ ਨੋਟੀਫਿਕੇਸ਼ਨ ਹੈ ਜਿਹੜਾ ਪਰਾਲੀ ਵਾਲਾ। ਤਾਂ ਇਹਨਾਂ ਦੇ ਵਿੱਚੋਂ 3 ਕਾਨੂੰਨਾਂ ਦੇ ਵਿੱਚੋਂ ਜਿਹੜਾ ਸਭ ਤੋਂ ਅਹਿਮ ਜਿਹੜਾ ਕਾਨੂੰਨ ਹੈ ਜਿਹੜੀ ਕਿਸਾਨੀ ਦੇ ਨਾਲ ਸੰਬੰਧਿਤ ਹੈ, ਅਤੇ ਪੰਜਾਬ ਦੀ ਕਿਸਾਨੀ ਦੇ ਨਾਲ ਮੁੱਖ ਤੌਰ 'ਤੇ ਹਰਿਆਣੇ ਦੀ ਕਿਸਾਨੀ ਦੇ ਨਾਲ, ਯੂਪੀ ਦੀ ਕਿਸਾਨੀ ਦੇ ਨਾਲ ਜਿਹੜਾ ਮੁੱਢਲੇ ਤੌਰ 'ਤੇ ਜਿਹੜਾ ਐਕਟ ਜਿਹੜਾ ਸੰਬੰਧਿਤ ਹੈ ਉਹ ਹੈਗਾ APMC ਦਾ ਕਾਨੂੰਨ। ਕਿ ਇਹੀ ਕਾਨੂੰਨ ਜਿਹੜਾ ਹੁਣ ਭਾਰਤ ਦੇ ਸਾਰੇ ਸੂਬਿਆਂ ਦੇ ਵਿੱਚ ਤੋੜਿਆ ਗਿਆ, ਇਹ ਕਾਨੂੰਨ 2006 ਦੇ ਵਿੱਚ ਬਿਹਾਰ ਦੇ ਵਿੱਚ ਤੋੜਿਆ ਗਿਆ ਸੀ, ਜਿਹਦੇ ਥੱਲੇ ਅਸੀਂ ਬਿਹਾਰ ਦਾ ਜਿਹੜਾ ਐਗਰੀਕਲਚਰ ਪ੍ਰੋਡਿਊਸ ਮਾਰਕੀਟਿੰਗ ਕਮੇਟੀ ਸੀਗੀ 1961 ਦਾ ਐਕਟ ਬਣਿਆ ਹੋਇਆ, ਉਹਨੂੰ ਤੋੜਤਾ, ਉਹਨੂੰ ਡਿਸਮੈਂਟਲ ਕਰਤਾ ਸੀ 2006 ਦੇ ਵਿੱਚ। ਤਾਂ ਅੱਜ ਅਸੀਂ ਦੇਖਾਂਗੇ ਕਿ 14 ਸਾਲ ਬਾਅਦ ਉੱਥੇ ਕੀ ਹੋ ਗਿਆ ਕਿ ਜਦੋਂ ਇਹ ਕਿਹਾ ਜਾ ਰਿਹਾ ਕੇਂਦਰ ਸਰਕਾਰ ਵੱਲੋਂ ਕਿ ਕਿਸਾਨਾਂ ਨੂੰ ਇਹ ਪਹਿਲਾਂ ਕਿਵੇਂ ਪਤਾ ਲੱਗ ਗਿਆ। ਉਹ ਉਸ ਗੱਲ ਉੱਤੇ ਜਿਹੜੇ ਸਟਰਗਲ ਕਰ ਰਹੇ ਆ, ਉਸ ਗੱਲ ਉੱਤੇ ਐਜੀਟੇਸ਼ਨ ਕਰ ਰਹੇ ਆ ਜਿਹੜੀ ਗੱਲ ਹਲੇ ਹੋਣੀ ਹੈ, ਹਲੇ ਹੋਈ ਨਹੀਂ। ਤਾਂ ਅਸੀਂ ਇਸ ਨੂੰ ਮੁੱਖ ਰੂਪ ਦੇ ਵਿੱਚ ਦੇਖਦੇ ਹਾਂ ਕਿ ਇਹ ਐਕਟ ਜਿਹੜਾ ਮੁੱਖ ਰੂਪ ਦੇ ਵਿੱਚ APMC ਵਾਲਾ ਐਕਟ ਹੈ, ਜਿਹਦੇ ਥੱਲੇ ਰੈਗੂਲੇਟਡ ਮੰਡੀਆਂ ਬਣੀਆਂ ਹੋਈਆਂ ਨੇ, ਮੰਡੀ ਬੋਰਡ ਬਣੇ ਹੋਏ ਨੇ, ਮਾਰਕੀਟ ਯਾਰਡ ਪਿੰਡ ਤੱਕ ਬਣੇ ਹੋਏ ਨੇ। ਉਹਦੇ ਵਿੱਚ ਜਿਹੜੀ ਪਬਲਿਕ ਪ੍ਰੋਕਿਉਰਮੈਂਟ ਕੀਤੀ ਜਾਂਦੀ ਹੈ MSP ਦੇ ਉੱਤੇ, ਅਤੇ ਉਹ ਡਿਸਮੈਂਟਲ ਹੋਣ ਦੇ ਖਦਸ਼ੇ ਨੇ। ਇਸ ਕਰਕੇ ਕਿਸਾਨ ਨੇ ਜਿਹੜੇ ਉਹ ਜਿਹੜੇ ਇਹਦੇ ਉੱਤੇ ਐਜੀਟੇਸ਼ਨ ਕਰ ਰਹੇ ਆ। ਤਾਂ ਅਸੀਂ ਦੇਖ ਲਾਂਗੇ ਕਿ ਸਾਡੇ ਕੋਲ 2006 ਤੋਂ ਬਾਅਦ ਅੱਜ 14 ਸਾਲ ਦਾ ਵਕਫਾ ਹੈ, ਉਹਦੇ ਵਿੱਚ ਬਿਹਾਰ ਦੇ ਵਿੱਚ ਕੀ ਹੋ ਗਿਆ, ਉਸ ਤੋਂ ਸਾਨੂੰ ਪਤਾ ਲੱਗ ਜਾਣਾ ਕਿ ਇਹ ਐਕਟ ਹੁਣ ਭਾਰਤ ਦੇ ਬਾਕੀ ਸੂਬਿਆਂ ਦੇ ਵਿੱਚ ਕੀ ਕਰਨਗੇ। ਉਸ ਵੇਲੇ 2006 ਦੇ ਵਿੱਚ ਜਦੋਂ ਇਹ ਐਕਟ ਬਿਹਾਰ ਦੇ ਵਿੱਚ ਤੋੜਿਆ ਗਿਆ ਸੀ, ਉਦੋਂ ਇਹਦਾ ਇਸ ਤਰ੍ਹਾਂ ਦਾ ਪ੍ਰਚਾਰ ਕੀਤਾ ਗਿਆ ਸੀ ਕਿ ਬਿਹਾਰ ਐਗਰੀਕਲਚਰ ਦੀ ਹੱਬ ਬਣ ਜਾਣਾ, ਇੱਥੇ ਵਰਲਡ ਕਲਾਸ ਇੰਫਰਾਸਟਰਕਚਰ ਆ ਜਾਣਾ, ਜਿਹਦੇ ਨਾਲ ਲੋਕਾਂ ਦੀ ਆਮਦਨ ਦੇ ਵਿੱਚ ਬਹੁਤ ਵਾਧਾ ਹੋ ਜਾਣਾ, ਬਿਹਾਰ ਦੇ ਕਿਸਾਨਾਂ ਦੇ ਬਾਰੇ ਨਿਆਰੇ ਹੋ ਜਾਣੇ ਹੈ। ਅਤੇ ਇਹ ਤੁਸੀਂ ਦੇਖੋ ਕਿ ਅਸੀਂ ਬਿਹਾਰ ਦੀ ਜਿਹੜੇ ਕਿਸਾਨ ਨੇ ਉਹਨਾਂ ਦੀ ਆਮਦਨ ਦੇ ਵਿੱਚ ਕਈ ਗੁਣਾ ਵਾਧਾ ਕਰ ਦਿਆਂਗੇ। ਤਾਂ ਅੱਜ ਸਾਡੇ ਕੋਲ ਇਸ ਵਕਫੇ ਤੋਂ ਬਾਅਦ ਦੇਖਣਾ ਕਿ ਅੱਜ ਬਿਹਾਰ ਦੇ ਵਿੱਚ ਕੀ ਹੈ। ਜਿੱਥੋਂ ਤੱਕ ਇਹ ਸੀ ਕਿ ਇੰਫਰਾਸਟਰਕਚਰ ਦੇ ਵਿੱਚ ਬਹੁਤ ਸਾਰੀ ਜਿਹੜੀ ਡਿਵੈਲਪਮੈਂਟ ਹੋ ਜੂਗੀ, ਬੜਾ ਇੰਫਰਾਸਟਰਕਚਰ ਆ ਜਾਊਗਾ, ਉਹਦੇ ਵਿੱਚ ਨਾ ਤਾਂ ਕੋਈ ਪ੍ਰਾਈਵੇਟ ਇਨਵੈਸਟਮੈਂਟ, ਨਾ ਕੋਈ ਜਿਹੜਾ ਸਰਕਾਰੀ ਇਨਵੈਸਟਮੈਂਟ ਉਸ ਤੋਂ ਬਾਅਦ ਸਾਡੇ ਕੋਲ ਕੋਈ ਨਹੀਂ ਆਇਆ। ਅਤੇ ਸਗੋਂ ਕਈ ਰਿਪੋਰਟਾਂ ਦੇ ਵਿੱਚ ਇਹ ਮੰਨਿਆ ਗਿਆ ਕਿ ਪ੍ਰਾਈਵੇਟ ਇਨਵੈਸਟਮੈਂਟ ਲਿਆਉਣ ਲਈ ਇਹਨਾਂ ਪ੍ਰਾਈਵੇਟ ਜਿਹੜੇ ਅਦਾਰੇ ਨੇ ਉਹਨਾਂ ਨੂੰ ਹੋਰ ਕੰਸੈਸ਼ਨ ਦਿੱਤੇ ਜਾਣ, ਟੈਕਸ ਤੋਂ ਰਿਬੇਟਾਂ ਦਿੱਤੀਆਂ ਜਾਣ ਤਾਂ ਕਿ ਇਹ ਆ ਕੇ ਇੱਥੇ ਇਨਵੈਸਟਮੈਂਟ ਕਰ ਲੈਣ। ਪਰ ਅੱਜ ਤੱਕ ਸਾਡੇ ਕੋਲ ਇਹ ਹੈ ਕਿ ਸਭ ਤੋਂ ਵੱਡੀ ਗੱਲ ਹੈ ਕਿ ਮੰਡੀਆਂ ਪਿਛਲੇ 5 ਸਾਲਾਂ ਦੇ ਵਿੱਚ 2015 ਦੇ ਵਿੱਚ ਬਿਹਾਰ ਦੇ ਵਿੱਚ 9035 ਮੰਡੀਆਂ ਸੀਗੀਆਂ ਜਿਹਦੇ ਵਿੱਚ ਖਰੀਦ ਕਰਨੀ ਸੀ।
ਤਾਂ ਇਹ ਮੰਡੀਆਂ ਦਾ ਨੰਬਰ 82% ਘਟ ਗਿਆ 20 ਦੇ ਵਿੱਚ ਆ ਕੇ। 5 ਸਾਲਾਂ ਦੇ ਵਿੱਚ ਇਹਨਾਂ ਦਾ ਨੰਬਰ 9000 ਤੋਂ ਘਟ ਕੇ 1619 ਰਹਿ ਗਿਆ। ਤਾਂ ਇਸੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ, ਯੂਪੀ ਦੇ ਵਿੱਚ, ਐਮਪੀ ਦੇ ਵਿੱਚ ਜਿੱਥੇ ਕੁਝ ਰੈਗੂਲੇਟਡ ਮੰਡੀਆਂ ਹੈਗੀਆਂ, ਜਿੱਥੇ ਐਮਐਸਪੀ ਉੱਤੇ ਖਰੀਦ ਹੁੰਦੀ ਹੈ, ਉਹਨਾਂ ਸਟੇਟਾਂ ਦੇ ਵਿੱਚ ਸਾਰਿਆਂ ਦੇ ਵਿੱਚ ਇਹਨਾਂ ਜਿਹੜਾ ਪ੍ਰੋਕਿਉਰਮੈਂਟ ਸੈਂਟਰ ਨੇ ਉਹਨਾਂ ਦਾ ਨੰਬਰ ਵਧਿਆ। ਬਿਹਾਰ ਦੇ ਵਿੱਚ ਇਹ 82% ਘਟਿਆ। ਇਸੇ ਤਰ੍ਹਾਂ ਹੀ ਕੋਲਡ ਸਟੋਰਾਂ ਦਾ ਨੰਬਰ ਵੀ ਬਿਹਾਰ ਦੇ ਵਿੱਚ ਭਾਵੇਂ ਕੁਝ ਸਮੇਂ 'ਚ ਵੱਧ ਗਿਆ ਸੀ, ਪਰ ਪਿਛਲੇ ਸਮੇਂ ਦੇ ਵਿੱਚ ਸਾਡੇ ਕੋਲੇ ਇਸ ਤਰ੍ਹਾਂ ਦਾ ਡਾਟਾ ਮਿਲਿਆ ਕਿ ਇਹ ਬਹੁਤ ਸਾਰੇ ਕੋਲਡ ਸਟੋਰ ਜਿਹੜੇ ਉਹ ਬੰਦ ਹੋ ਗਏ। ਤਾਂ ਇਸ ਤੋਂ ਪਤਾ ਲੱਗਦਾ ਕਿ ਜਿਹੜਾ ਇੰਫਰਾਸਟ੍ਰਕਚਰ ਇਹ ਸੀਗਾ ਕਿ ਇਹਦੇ ਵਿੱਚ ਬੜਾ ਵਾਧਾ ਹੋ ਜਾਊਗਾ, ਉਹਦੇ ਵਿੱਚ ਕੋਈ ਵਾਧਾ ਨਹੀਂ ਹੋਇਆ, ਸਗੋਂ ਦੂਜੇ ਸਟੇਟਾਂ ਦੇ ਵਿੱਚ ਵਧਿਆ, ਬਿਹਾਰ ਦੇ ਵਿੱਚ ਇਹ ਘਟਿਆ। ਇਸੇ ਤਰ੍ਹਾਂ ਹੀ ਜਿਹੜੀ ਮੁੱਖ ਗੱਲ ਹੈ ਐਮਐਸਪੀ ਦੀ, ਕਿ ਐਮਐਸਪੀ ਦਾ ਛੱਡੋ, ਬਹੁਤ ਸਾਰੀ ਤੁਹਾਨੂੰ ਜਿਹੜੀ ਕੀਮਤ ਹੈ ਜਿਹੜੀ ਐਮਐਸਪੀ ਤੋਂ ਕਿਤੇ ਹਾਇਰ ਦੇਣਗੇ ਪ੍ਰਾਈਵੇਟ। ਤਾਂ ਹੁਣ ਤੁਸੀਂ ਦੇਖੋ ਕਿ ਜਿਹੜੀ ਕਣਕ, ਝੋਨਾ ਤੇ ਮੱਕੀ ਦੇ ਵਿੱਚ ਜਿਹੜੀ ਐਮਐਸਪੀ ਹੈ ਇਹ ਪਿਛਲੇ ਸਾਲ ਦੀ ਜਿਹੜੀ ਸੀਗੀ ਉਹ ਰਹੀ ਸੀਗੀ ਕਿ 1400 ਤੋਂ ਲੈ ਕੇ 1600 ਤੱਕ, ਪਰ ਮਾਰਕੀਟ ਦੇ ਵਿੱਚ ਬਿਹਾਰ ਦੇ ਵਿੱਚ ਇਹ 1100 ਤੋਂ ਲੈ ਕੇ 1300 ਮਿਲੀ ਤੇ ਇਹ ਇੰਨੀ ਜਿਹੜੀ ਘੱਟ ਮਿਲੀ ਹੈਗੀ। ਇਸੇ ਤਰ੍ਹਾਂ ਹੀ ਪਿਛਲੇ ਸਾਲ ਦੇ ਵਿੱਚ 2020 ਦੇ ਵਿੱਚ 350 ਤੋਂ ਲੈ ਕੇ 450 ਕਣਕ ਤੇ ਝੋਨੇ ਦੀ ਐਮਐਸਪੀ ਨਾਲੋਂ ਘੱਟ ਕਿਸਾਨਾਂ ਨੂੰ ਮਿਲਿਆ। ਇਸੇ ਕਰਕੇ ਇਹਨਾਂ ਸਟੇਟਾਂ ਦੇ ਵਿੱਚੋਂ ਬਹੁਤ ਸਾਰੀ ਕਣਕ ਤੇ ਝੋਨਾ ਸਾਡੇ ਉਹਨਾਂ ਸਟੇਟਾਂ ਦੇ ਵਿੱਚ, ਪੰਜਾਬ ਤੇ ਹਰਿਆਣੇ ਦੇ ਵਿੱਚ ਜਿੱਥੇ ਐਮਐਸਪੀ ਹੈਗੀ, ਜਿੱਥੇ APMC ਐਕਟ ਹੈਗਾ, ਜਿੱਥੇ ਰੈਗੂਲੇਟਡ ਮੰਡੀ ਹੈਗੀ ਹੈ, ਜਿੱਥੇ ਪਬਲਿਕ ਪ੍ਰੋਕਿਉਰਮੈਂਟ ਇਹਨਾਂ ਸਟੇਟਾਂ ਦੇ ਵਿੱਚ ਇਹਨਾਂ ਦੇ ਵਿੱਚ ਆ ਕੇ ਵਿਕਦੀ ਰਹੀ ਹੈ। ਇਸ ਸਾਲ ਵੀ ਇਹਨਾਂ ਸਟੇਟਾਂ ਦੇ ਵਿੱਚ ਹੀ ਆ ਕੇ ਜਿਹੜੇ ਉਹ ਵਪਾਰੀ ਨੇ ਇੱਥੇ ਵੇਚਦੇ ਰਹੇ ਨੇ। ਤਾਂ ਇਸੇ ਤਰ੍ਹਾਂ ਹੀ ਜਦੋਂ ਉੱਥੇ ਮੰਡੀਆਂ ਬੰਦ ਕਰਤੀਆਂ ਸੀ ਤਾਂ ਬਹੁਤ ਸਾਰਾ ਸਟਾਫ ਹੈ ਜਿਹੜਾ ਉਹ ਕਿਸੇ ਹੋਰ ਮਹਿਕਮੇ ਦੇ ਵਿੱਚ ਜਿਹੜਾ ਉਹ ਸ਼ਿਫਟ ਕਰਤਾ। ਤੇ ਇੱਥੋਂ ਹੀ ਸਾਨੂੰ ਪਤਾ ਲੱਗਦਾ ਕਿ ਬਿਹਾਰ ਦੇ ਵਿੱਚ ਨਾ ਤਾਂ ਕੋਈ ਰੈਗੂਲੇਟਡ ਮੰਡੀ ਬਣੀ ਹੈ, ਸਗੋਂ ਜਿਹੜੀਆਂ ਮੰਡੀਆਂ ਸੀ ਉਹ ਵੀ ਟੁੱਟ ਗਈਆਂ, ਨਾ ਇੰਫਰਾਸਟ੍ਰਕਚਰ ਡਿਵੈਲਪਮੈਂਟ ਹੋਈ ਹੈ। ਤੇ ਇਸੇ ਕਰਕੇ ਉੱਥੋਂ ਦੇ ਸਟੇਟ ਦਾ ਜਿਹੜਾ ਗਰੋਥ ਰੇਟ ਹੈ ਉਹ ਜਿਹੜਾ 2006 ਤੋਂ ਪਹਿਲਾਂ ਦੇ 5 ਸਾਲ ਤੇ ਹੁਣ ਲਾਸਟ 5 ਸਾਲ ਅਸੀਂ ਦੇਖਿਆ, ਇਹਦੇ ਵਿੱਚ ਗਰੋਥ ਰੇਟ ਹੈ ਜਿਹੜਾ ਉਦੋਂ 1.98% ਸੀ ਸਾਲਾਨਾ ਗਰੋਥ ਰੇਟ, ਤੇ ਜਿਹੜਾ ਹੁਣ ਘਟ ਕੇ ਇਹਨਾਂ ਸਾਲਾਂ ਦੇ ਵਿੱਚ 1.28% ਰਹਿ ਗਿਆ। ਗਰੋਥ ਰੇਟ ਵੀ 1.98 ਤੋਂ 1.28% ਰਹਿ ਗਿਆ। ਤੇ ਇਸੇ ਕਰਕੇ ਹੀ ਜਿਹੜੀ ਲੈਂਡ ਹੈ ਉਹਦੀ ਵੀ ਕੰਸੈਂਟਰੇਸ਼ਨ ਹੋਣੀ ਸ਼ੁਰੂ ਹੋ ਗਈ। ਵੱਡੇ ਫਾਰਮਰਾਂ ਦੀ ਗਿਣਤੀ ਉੱਥੇ ਨਿਗਲੀਜੀਬਲ ਸੀ ਬਿਲਕੁਲ, ਤੇ ਜਿਨ੍ਹਾਂ ਦਾ ਨੰਬਰ ਹੈ ਹੁਣ ਵਾਧਾ ਹੋਇਆ ਤੇ ਕਿ ਲੈਂਡ ਹੈ ਜਿਹੜੀ ਉਹ ਕੁਛ ਹੱਥਾਂ ਦੇ ਵਿੱਚ ਕਨਸੈਂਟਰੇਟ ਹੋਣੀ ਸ਼ੁਰੂ ਹੋ ਗਈ। ਤਾਂ ਇਸ ਦੇ ਨਾਲ ਹੀ ਜਿਹੜੀ ਵੱਡੀ ਗੱਲ ਹੈ ਸਾਰਿਆਂ ਤੋਂ ਕਿ ਕਿਸਾਨਾਂ ਦੀ ਆਮਦਨ, ਜਿਹਦੇ ਵਿੱਚ ਹੈ ਕਿ ਡਬਲ ਫਾਰਮਿੰਗ ਇਨਕਮ ਕਰਾਂਗੇ, ਕਿਸਾਨਾਂ ਦੀ ਆਮਦਨ ਦੇ ਵਿੱਚ ਬਹੁਤ ਵਾਧਾ ਹੋ ਜਾਊਗਾ। ਤਾਂ ਸਾਡੇ ਕੋਲ 2 ਸਾਲਾਂ ਦਾ ਡਾਟਾ ਮਿਲਦਾ। ਇੱਕ ਜਦੋਂ APMC ਐਕਟ ਹੈਗਾ ਸੀਗਾ 2003 ਦਾ ਆਲ ਇੰਡੀਆ ਲੈਵਲ ਦਾ, ਇੱਕ ਉਸ ਤੋਂ ਬਾਅਦ 2013 ਦਾ ਇੰਡੀਆ ਲੈਵਲ ਦਾ ਜਿਹੜਾ ਡਾਟਾ ਮਿਲਦਾ। ਤਾਂ ਇਹ ਦੋਵਾਂ ਦੇ ਵਿੱਚ ਅਸੀਂ ਦੇਖਿਆ ਕਿ ਉਹ ਸਟੇਟ ਜਿਨ੍ਹਾਂ ਵਿੱਚ APMC ਜਿਹੜੀ ਲਾਗੂ ਹੈ, ਜਿੱਥੇ ਪਬਲਿਕ ਪ੍ਰੋਕਿਉਰਮੈਂਟ ਹੁੰਦੀ ਹੈ, ਉੱਥੇ ਇਨਕਮ ਦੇ ਵਿੱਚ ਕਿਸਾਨਾਂ ਦੇ ਵਿੱਚ ਕੀ ਹੋਇਆ ਤੇ ਬਿਹਾਰ ਦੇ ਵਿੱਚ ਕੀ ਹੋਇਆ ਜਿੱਥੇ APMC ਐਕਟ ਨੂੰ ਤੋੜਤਾ ਸੀ 2006 ਦੇ ਵਿੱਚ। 2003 ਦੇ ਵਿੱਚ ਬਿਹਾਰ ਦੇ ਕਿਸਾਨਾਂ ਦੀ ਆਮਦਨ ਹੈ ਜਿਹੜੀ ਉਹ 1810 ਰੁਪਏ ਸੀਗੀ, ਤੇ ਇਹ ਮੰਥਲੀ ਇਨਕਮ ਕਿਸਾਨ ਪਰਿਵਾਰ ਦੀ ਇਨਕਮ ਹੈ 1810 ਰੁਪਈਆ। ਜੇਕਰ 2013 ਦੇ ਵਿੱਚ ਦੇਖੀਏ ਰੀਅਲ ਇਨਕਮ, ਜੇਕਰ ਅਸੀਂ ਜਿਹੜਾ ਵਾਧਾ ਜਿਹੜਾ ਉਹਨੂੰ ਜਿਹੜਾ ਕੀਮਤਾਂ ਦਾ ਵਾਧਾ ਉਹਨੂੰ ਪਾਸੇ ਰੱਖ ਦਈਏ, ਅਸਲ ਆਮਦਨ ਹੈ ਜਿਹੜੀ ਉਹ 1810 ਤੋਂ ਘਟ ਕੇ 1686 ਰੁਪਏ ਹੋ ਗਈ। ਮਤਲਬ ਕਿ 7% ਬਿਹਾਰ ਦੇ ਵਿੱਚ ਕਿਸਾਨਾਂ ਪਰਿਵਾਰਾਂ ਦੀ ਆਮਦਨ ਦੇ ਵਿੱਚ ਘਾਟਾ ਹੋਇਆ, ਜਦੋਂ ਕਿ ਇਸੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਆਮਦਨ ਵਧੀ, ਇਸੇ ਸਮੇਂ ਦੇ ਵਿੱਚ ਬਹੁਤ ਸਾਰੇ ਸੂਬਿਆਂ ਦੇ ਵਿੱਚ ਕਿਸਾਨਾਂ ਦੀ ਆਮਦਨ ਵਧੀ, ਇਸੇ ਸਮੇਂ 'ਚ ਆਲ ਇੰਡੀਆ ਲੈਵਲ ਤੇ ਵੀ ਲਗਭਗ 40% ਆਮਦਨ ਦਾ ਵਾਧਾ ਹੋਇਆ, ਜਿਹਦੇ ਵਿੱਚ ਬਿਹਾਰ ਵੀ ਸੀਗਾ ਘਾਟੇ ਵਾਲਾ। ਤਾਂ ਇਸ ਸਮੇਂ ਦੇ ਵਿੱਚ ਜਿਹੜੀ ਆਮਦਨ ਦੁੱਗਣੀ ਕਰਨ ਦੀ ਗੱਲ ਕੀਤੀ ਸੀ, ਆਮਦਨ ਦੇ ਵਿੱਚ ਵਾਧਾ ਕਰਨ ਦੀ ਗੱਲ ਕੀਤੀ ਸੀ, ਉਹ ਬਿਲਕੁਲ ਜਿਹੜੀ ਹੈਗੀ ਇਹ ਸਾਬਤ ਸਹੀ ਨਹੀਂ ਹੋਈ। ਸਾਨੂੰ 7% ਬਿਹਾਰ ਦੇ ਕਿਸਾਨਾਂ ਦੀ ਆਮਦਨ ਘਟੀ ਹੈ, ਜਦੋਂ ਕਿ ਆਲ ਇੰਡੀਆ ਲੈਵਲ ਤੇ ਇਹਦੇ ਵਿੱਚ 40% ਦਾ ਵਾਧਾ ਹੋਇਆ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਹ ਕਾਨੂੰਨ ਕਿ ਕਿਸਾਨਾਂ ਨੂੰ ਇਹ ਨਹੀਂ ਪਤਾ ਲੱਗ ਗਿਆ ਕਿ ਕਿਵੇਂ ਹੋਊਗਾ, ਜਿਹੜੀ ਚੀਜ਼ ਹਾਲੇ ਹੋਈ ਨਹੀਂ, ਪ੍ਰਧਾਨ ਮੰਤਰੀ ਜੀ ਕਹਿੰਦੇ ਉਹਦਾ ਕਿਵੇਂ ਪਤਾ ਲੱਗ ਗਿਆ। ਸਾਡੇ ਕੋਲ ਇੱਕ ਸਾਫ਼ ਮਾਡਲ ਹੈ ਬਿਹਾਰ ਦਾ ਕਿ 2006 ਤੋਂ ਬਾਅਦ 14 ਸਾਲਾਂ ਦੇ ਵਿੱਚ ਉੱਥੇ ਕੋਈ ਇੰਫਰਾਸਟ੍ਰਕਚਰ ਦੀ ਡਿਵੈਲਪਮੈਂਟ ਨਹੀਂ ਹੋਈ, ਉੱਥੇ MSP ਤੋਂ ਘੱਟ ਵਿਕ ਰਿਹਾ, ਦੂਜੇ ਸਟੇਟਾਂ ਦੇ ਵਿੱਚ ਜਾ ਕੇ ਕਣਕ ਤੇ ਝੋਨਾ ਵਿਕ ਰਿਹਾ, ਉੱਥੋਂ ਦੀ ਖੇਤੀ ਦਾ ਗਰੋਥ ਰੇਟ ਹੈ ਜਿਹੜਾ ਲਗਭਗ 2% ਤੋਂ 1.25% ਤੇ ਰਹਿ ਗਿਆ। ਉੱਥੋਂ ਦੀ ਲੈਂਡ ਹੈ ਜਿਹੜੀ ਕੰਸੈਂਟਰੇਸ਼ਨ ਸ਼ੁਰੂ ਹੋ ਗਈ,
ਉੱਥੋਂ ਦੇ ਕਿਸਾਨਾਂ ਦੀ ਆਮਦਨ ਹੈ ਜਿਹੜੀ ਉਹਦੇ ਵਿੱਚ 7% ਘਾਟਾ ਆ ਗਿਆ। ਇਹ ਸਾਫ਼ ਦੱਸਦੇ ਨੇ ਕਿ ਸਾਡੀ ਜਿਹੜੇ ਇਹ ਖਿੱਤੇ ਨੇ ਜਾਂ ਖੇਤੀ ਵਾਲੇ ਪੰਜਾਬ, ਹਰਿਆਣਾ, ਵੈਸਟਰਨ ਯੂਪੀ ਜਾਂ ਬਾਕੀ ਦੇ ਸੂਬਿਆਂ ਦੀ ਜਿਹੜੀ ਖੇਤੀ ਹੈ ਉਹ ਇਹ ਨਵੇਂ ਕਾਨੂੰਨਾਂ ਦੇ ਨਾਲ ਘਾਟੇ ਵੱਲ ਜਾਊਗੀ ਤੇ ਇਹ ਕਾਨੂੰਨ ਹੈ ਜਿਹੜੇ ਇਹ ਫਾਇਦੇ ਵਿੱਚ ਨਹੀਂ ਰਹਿਣਗੇ। ਤਾਂ ਸਾਡੀ ਕੇਂਦਰ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਕਿ ਜਦੋਂ ਸਾਡੇ ਕੋਲ ਇੱਕ ਮਾਡਲ ਹੈਗਾ ਹੀ ਆ ਬਣਿਆ, ਸਾਡੇ ਕੋਲ ਇੱਕ ਇਹ ਮਾਡਲ ਸੀਗਾ ਜਿਹਦੇ ਵਿੱਚ ਅਸੀਂ ਇਹ ਦੇਖ ਚੁੱਕੇ ਹਾਂ ਕਿ ਕਿਸਾਨੀ ਦੀ ਜਿਹੜੀ ਆਮਦਨ ਹੈ, ਕਿਸਾਨੀ ਦਾ ਇਹਦੇ ਵਿੱਚ ਭਲਾ ਨਹੀਂ ਹੋਣ ਵਾਲਾ, ਤਾਂ ਇਹ ਕਾਨੂੰਨਾਂ ਨੂੰ ਇਸ ਸੰਦਰਭ ਦੇ ਵਿੱਚ ਸਾਨੂੰ ਦੇਖਣਾ ਚਾਹੀਦਾ, ਇਹਨੂੰ ਰੀਵਿਜ਼ਿਟ ਕਰਨਾ ਚਾਹੀਦਾ, ਇਹਨਾਂ ਨੂੰ ਕਿਸਾਨਾਂ ਦੇ ਭਲੇ ਦੇ ਲਈ ਬਣਾਉਣਾ ਚਾਹੀਦਾ, ਨਾ ਕਿ ਇਹ ਕਿਸਾਨਾਂ ਦੇ ਵਿਰੋਧ ਦੇ ਵਿੱਚ ਜਾਣ। ਕਿਸਾਨ ਅੱਜ ਇਸ ਤੋਂ ਲੱਗਦਾ ਕਿ ਇਹ ਇਸ ਤਰ੍ਹਾਂ ਨਹੀਂ ਕਰ ਰਹੇ ਕਿ ਇਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਸੁਪਨਾ ਆ ਗਿਆ ਕਿ ਇਹ ਗਲਤ ਹੋ ਜਾਣਗੇ। ਸਾਡੇ ਕੋਲ ਸਾਫ਼ ਐਗਜ਼ਾਮਪਲਾਂ ਨੇ ਉਸ ਮਾਡਲ ਦੀਆਂ, ਬਿਹਾਰ ਮਾਡਲ ਦੀਆਂ, ਜਿਹੜਾ ਅੱਜ ਪੂਰੇ ਭਾਰਤ ਦੇ ਵਿੱਚ ਲਾਗੂ ਕੀਤਾ ਜਾ ਰਿਹਾ। ਇਹ ਕਿਸਾਨਾਂ ਲਈ ਬਿਲਕੁਲ ਫਾਇਦੇਮੰਦ ਨਹੀਂ ਰਿਹਾ ਤੇ ਇਸ ਤੋਂ ਹੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਹ ਕਾਨੂੰਨ ਨੇ ਇਹਨਾਂ ਦਾ ਵੀ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਹੋਣਾ ਤੇ ਇਹਨਾਂ ਨੂੰ ਜਿਹੜਾ ਸੋਚਣ ਦੀ ਲੋੜ ਹੈ। ਜੇਕਰ ਇਹ ਕਿਸਾਨਾਂ ਦੇ ਸੱਚਮੁੱਚ ਭਲੇ ਦੇ ਵਿੱਚ ਨਹੀਂ ਤਾਂ ਇਹ ਕਿਸੇ ਹੋਰ ਅਦਾਰੇ ਦੇ ਭਲੇ ਦੇ ਵਿੱਚ ਨੇ, ਤਾਂ ਸਾਨੂੰ ਆਪਣੀ ਪੀਜੈਂਟਰੀ ਜਿਹੜੇ ਅੰਨਦਾਤਾ ਹੈ ਉਹਨੂੰ ਬਚਾਉਣ ਦੇ ਲਈ ਸਾਨੂੰ ਇਹਨਾਂ ਕਾਨੂੰਨਾਂ ਨੂੰ ਖਤਮ ਕਰਨਾ ਚਾਹੀਦਾ ਤੇ ਇਹਦੀ ਥਾਂ ਤੇ ਸਾਨੂੰ ਜਿਹੜਾ ਪਹਿਲਾਂ ਵਾਲਾ ਸਿਸਟਮ ਹੈ ਉਹਨੂੰ ਹੋਰ ਡਿਵੈਲਪ ਕਰਕੇ, ਉਹਦੇ ਵਿੱਚ ਹੋਰ ਜਿਹੜਾ ਡਿਵੈਲਪਮੈਂਟ ਕਰਕੇ ਲੋਕਾਂ ਦੇ ਭਲੇ ਦੇ ਲਈ ਸਾਰੀਆਂ ਫਸਲਾਂ ਦੀ ਖਰੀਦ, ਸਾਰੇ ਫਸਲਾਂ ਦੀ ਪ੍ਰੋਡਕਸ਼ਨ, ਉਹਨਾਂ ਦੀ ਪ੍ਰੋਸੈਸਿੰਗ, ਉਹਨਾਂ ਵੱਲ ਜਾਣਾ ਚਾਹੀਦਾ ਤਾਂ ਕਿ ਸਾਡਾ ਜਿਹੜਾ ਕਿਸਾਨ ਹੈ ਉਹ ਜਿਹੜਾ ਆਪਣੀ ਵਧੀਆ ਖੇਤੀ ਕਰ ਸਕੇ। ਉਹ ਉਹਨਾਂ ਲੋਕਾਂ ਨੂੰ ਵਧੀਆ ਜੀਵਨ ਦਾਨ ਦੇਣ ਦੀ ਲੋੜ ਹੈ। ਸ਼ੁਕਰੀਆ।